Hello students, this is Jagdeep Singh. And I am teaching in Guru Hargobind Public High School, Fatehgarh. So today we will discuss a very beautiful chapter and informative chapter. Wishes come true. ਜਿਹੜੀਆਂ ਆਪਣੀਆਂ ਇਛਾਵਾਂ ਨੇ ਜਦੋਂ ਉਹ ਸੱਚੀਆਂ ਹੋ ਜਾਣ ਤਾਂ ਮੀਨਸ ਕੀ ਹੁੰਦਾ ਸੋ ਦਿਸ ਲੈਸਨ ਇਜ਼ ਰਿਟਨ ਬਾਈ ਰਵਿੰਦਰਨਾਥ ਟੈਗੋਰ the greatest poet and writer of India. So here is a little illustration before the chapter. Sushil Chandra wanted to do whatever pleased him. ਸੁਸ਼ੀਲ ਚੰਦਰ ਉਹੀ ਕੁਛ ਕਰਦਾ ਸੀ ਜੋ ਉਸਨੂੰ ਖੁਸ਼ ਕਰਦਾ ਸੀਗਾ. Play all day, ਸਾਰਾ ਦਿਨ ਖੇਡਣਾ, climb trees, ਦਰਖਤਾਂ 'ਤੇ ਚੜ੍ਹਨਾ, miss school mean ਸਕੂਲ ਨਾ ਜਾਣਾ, ਬੰਕ ਕਰਨਾ ਸਕੂਲ ਨੂੰ. Whereas ਅਤੇ ਦੂਸਰੇ ਪਾਸੇ his father ਸੁਵਲ ਚੰਦਰਾ ਲੌਂਗ ਟੂ ਹੈਵ ਹਿਜ਼ ਚਾਈਲਡਹੁੱਡ ਬੈਕ. ਅਤੇ ਦੂਸਰੇ ਪਾਸੇ ਜਿਹੜਾ ਉਹਦਾ ਪਿਤਾ ਸੀ ਉਹ ਚਾਹੁੰਦਾ ਸੀ ਕਿ ਉਸਦਾ ਜਿਹੜਾ ਬਚਪਨ ਹੈ ਉਹ ਦੁਬਾਰਾ ਵਾਪਿਸ ਆ ਜਾਏ ਸੋ ਦੈਟ ਹੀ ਕੁਡ ਸਟੱਡੀ ਤਾਂ ਜੋ ਉਹ ਪੜ੍ਹ ਸਕੇ. ਦ ਲੇਡੀ ਆਫ ਵਿਸ਼ਜ਼ ਡਿਸਾਈਡਡ ਟੂ ਫੁਲਫਿਲ ਦੀਅਰ ਵਿਸ਼ਜ਼ ਫॉर ਸਮ ਟਾਈਮ. ਅਤੇ ਜਿਹੜੀ ਲੇਡੀ ਆਫ ਵਿਸ਼ਜ਼ ਹੈ ਇੱਥੇ ਇਹ ਗੱਲ ਹੋ ਰਹੀ ਹੈ ਜੋ ਦੇਵੀ ਹੈ ਵਿਸ਼ਜ਼ ਪੂਰੀ ਕਰਨ ਦੀ ਇੱਛਾਵਾਂ ਪੂਰੀ ਕਰਨ ਦੀ ਜਿਹੜੀ ਦੇਵੀ ਸੀ ਉਸਨੇ ਸੋਚਿਆ ਕਿ ਉਹਨਾਂ ਦੀਆਂ ਵਿਸ਼ਜ਼ ਨੇ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਜਾਣ ਥੋੜ੍ਹੇ ਟਾਈਮ ਵਾਸਤੇ. ਵਰ ਦੇ ਹੈਪੀ ਵਿਦ ਦਾ ਚੇਂਜ ਕਿ ਉਹ ਖੁਸ਼ ਹੋਏ ਜਦੋਂ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ. ਸੋ ਦਿਸ we will discuss in the chapter in the deep. Here is a picture. This is the Subal Chandra and this is the Sushil Chandra. So now we will discuss the chapter. So here is the chapter. Subal Chandra's son was called Sushil Chandra. Subal Chandra ਕੀ ਹੈ ਉਹ ਜੋ ਪਿਤਾ ਸੀ ਕਿਸ ਦਾ ਸੁਸ਼ੀਲ ਚੰਦਰ ਦਾ. ਬਟ ਅ ਨੇਮ ਆਲਵੇਜ਼ ਡਜ਼ਨਟ ਰਿਫਲੈਕਟ ਅ ਪਰਸਨ. ਜਿਹੜਾ ਮਤਲਬ ਨੇਮ ਹੈ ਹਰ ਟਾਈਮ ਉਹ ਬੰਦੇ ਦੀ ਮਤਲਬ ਐਂ ਨਹੀਂ ਦੱਸਦਾ ਕਿ ਹਾਂ ਬੰਦਾ ਇਸ ਤਰ੍ਹਾਂ ਦਾ ਹੋਵੇਗਾ. ਸੁਬਲ ਮੀਨਸ ਸਟਰੋਂਗ. ਸੁਬਲ ਦਾ ਮਤਲਬ ਹੁੰਦਾ ਹੈ ਸਟਰੋਂਗ ਕੋਈ ਵੀ ਮਜ਼ਬੂਤ ਹੋਣਾ. ਬਟ ਹੀ ਵਾਜ਼ ਰੈਦਰ ਫਰੇਲ. ਪਰ ਜੋ ਸੁਬਲ ਸੀ ਉਹ ਕੀ ਸੀਗਾ ਕਮਜ਼ੋਰ ਸੀ ਵੀਕ ਸੀ. ਫਰੇਲ ਦਾ ਮਤਲਬ ਹੁੰਦਾ ਹੈ ਵੀਕ. ਸੁਸ਼ੀਲ ਵਾਜ਼ਨਟ ਸੋ ਵੈਲ ਬਿਹੇਵਡ. ਜੋ ਸੁਸ਼ੀਲ ਸੀ ਉਹ ਕੀ ਸੀ ਉਹਦਾ ਮਤਲਬ ਬਿਹੇਵ ਕੋਈ ਇੰਨਾ ਚੰਗਾ ਨਹੀਂ ਸੀ. ਦੋ ਹਿਜ਼ ਨੇਮ ਮੀਨ ਜਸਟ ਦੈਟ. ਪਰ ਆਪਾਂ ਨੂੰ ਪਤਾ ਸੁਸ਼ੀਲ ਦਾ ਮਤਲਬ ਕੀ ਹੁੰਦਾ ਹੈ ਕੋਈ ਵੀ ਜੋ ਬਹੁਤ ਸੁਸ਼ੀਲ ਹੋਵੇ ਬਹੁਤ ਵਧੀਆ ਹੋਵੇ. ਪਰ ਜੋ ਸੁਸ਼ੀਲ ਸੀ ਉਹ ਉਸਦੇ ਬਿਲਕੁਲ ਉਲਟ ਸੀ. ਸੋ ਦਿਸ ਇਜ਼ ਦਾ ਨਾਓ ਵੀ ਵਿਲ ਕਮ ਟੂ ਦਾ ਨੈਕਸਟ ਪੈਰਾਗ੍ਰਾਫ. ਦ ਬੋਏ ਆਲਵੇਜ਼ ਅਨੋਇੰਗ ਦ ਨੇਬਰਸ ਵਿਦ ਹਿਜ਼ ਪ੍ਰੈਂਕਸ. ਜੋ ਬੱਚਾ ਸੀ ਉਹ ਹਰ ਟਾਈਮ ਆਪਣੇ ਜਿਹੜੇ ਨੇਬਰ ਸੀ ਉਹਨਾਂ ਨੂੰ ਪ੍ਰੈਂਕ ਕਰਦਾ ਸੀ ਮੀਨਸ ਉਹਨਾਂ ਨਾਲ ਸ਼ਰਾਰਤਾਂ ਕਰਦਾ ਸੀ. ਸੋ ਹਿਜ਼ ਫਾਦਰ ਵੁੱਡ ਆਫਨ ਰਨ ਆਫਟਰ ਹਿਮ ਟੂ ਪਨਿਸ਼ ਹਿਮ. ਤਾਂ ਜਿਹੜਾ ਉਸਦਾ ਪਿਤਾ ਸੀ ਉਹ ਹਰ ਟਾਈਮ ਉਸਦੇ ਪਿੱਛੇ ਭੱਜਦਾ ਸੀ ਉਸਨੂੰ ਸਜ਼ਾ ਦੇਣ ਵਾਸਤੇ. ਪਰ ਦਾ ਫਾਦਰ ਵਾਜ਼ ਰਿਮੈਟਿਕ. ਰਿਮੈਟਿਕ ਦਾ ਮਤਲਬ ਹੁੰਦਾ ਹੈ ਆਪਣੇ ਕੋਈ ਵੀ ਜਿਹੜੇ ਜੁਆਇੰਟ ਹੁੰਦੇ ਨੇ ਜਾਂ ਮਸਲ ਹੁੰਦੇ ਨੇ ਉਹਨਾਂ ਵਿੱਚ ਪੇਨ ਹੋਣੀ. ਸੋ ਇੱਥੇ ਰੋਮੈਟਿਕ ਐਡਜੈਕਟਿਵ ਤਰ੍ਹਾਂ ਯੂਜ਼ ਹੋ ਰਿਹਾ ਮੀਨਸ ਉਹਦੇ ਗੋਡੇ ਵਗੈਰਾ ਦੁਖਦੇ ਸੀ. ਸੋ ਉਹ ਸੀਗਾ ਰੋਮੈਟਿਕ ਸੀ. ਵਾਈਲ ਦਾ ਬੋਏ ਰੇਨ ਲਾਈਕ ਅ ਡੀਅਰ. ਪਰ ਜੋ ਬੱਚਾ ਸੀ ਉਹ ਇੱਕ ਹਿਰਨ ਦੀ ਤਰ੍ਹਾਂ ਭੱਜਦਾ ਸੀ. ਸੋ ਦਾ ਬਲੋਜ਼ ਡਿਡੰਟ ਆਲਵੇਜ਼ ਹਿੱਟ ਦਾ ਮਾਰਕ. ਸੋ ਜਿਹੜੇ ਬਲੋ ਮੀਨਸ ਜਿਹੜਾ ਵਾਰ ਸੀ ਉਹ ਹਰ ਟਾਈਮ ਆਪਣੇ ਨਿਸ਼ਾਨੇ 'ਤੇ ਨਹੀਂ ਲੱਗਦਾ ਸੀ ਮੀਨ ਜੋ ਉਸ ਨੂੰ ਪਕੜ ਨਹੀਂ ਪਾਉਂਦਾ ਸੀ. ਇਟ ਵਾਜ਼ ਸੈਟਰਡੇ. ਇਹ ਸ਼ਨੀਵਾਰ ਦਾ ਦਿਨ ਸੀ. ਵੈਨ ਸਕੂਲ ਕਲੋਜ਼ਡ ਅਰਲੀ ਐਟ 2 o'clock. ਮੀਨ ਸ਼ਨੀਵਾਰ ਦੇ ਦਿਨ ਜਿਹੜਾ ਸਕੂਲ ਹੈ ਉਹ 2 ਵਜੇ ਨੂੰ ਬੰਦ ਹੋ ਜਾਂਦਾ ਸੀ. ਬਟ ਸੁਸ਼ੀਲ ਡਿਡੰਟ ਫੀਲ ਲਾਈਕ ਗੋਇੰਗ ਟੂ ਸਕੂਲ ਐਟ ਆਲ. ਪਰ ਜਿਹੜਾ ਸੁਸ਼ੀਲ ਸੀ ਉਹ ਨਹੀਂ ਜਾਣਾ ਚਾਹੁੰਦਾ ਸੀ ਸਕੂਲ ਦੇ ਵਿੱਚ. ਦੇਅਰ ਵਰ ਸੈਵਰਲ ਰੀਜ਼ਨਸ ਫॉर ਦਿਸ. ਇਸ ਦੇ ਕਈ ਕਾਰਨ ਸਨ. ਫਸਟ ਦੇਅਰ ਵਾਜ਼ ਗੋਇੰਗ ਟੂ ਬੀ ਅ ਜੀਓਗ੍ਰਾਫੀ ਟੈਸਟ. ਪਹਿਲਾ ਕਾਰਨ ਇਹ ਸੀ ਕਿ ਜੀਓਗ੍ਰਾਫੀ ਦਾ ਟੈਸਟ ਹੋਣਾ ਸੀ. ਐਂਡ ਅਤੇ ਦੂਸਰਾ ਸੈਕਿੰਡ ਦੇਅਰ ਵੁੱਡ ਬੀ ਅ ਫਾਇਰਵਰਕਸ ਸ਼ੋ ਇਨ ਦ ਈਵਨਿੰਗ ਐਟ ਦ ਬੋਸਸ. ਮੀਨਸ ਅਤੇ ਸ਼ਾਮ ਨੂੰ ਕੀ ਹੋਣਾ ਸੀ ਬੋਸ ਇੱਥੇ ਕੋਈ ਇਨਸਾਨ ਹੈ ਉਹਨਾਂ ਦੇ ਘਰ ਫਾਇਰਵਰਕਸ ਹੋਣਾ ਸੀ ਮੀਨਸ ਪਟਾਕੇ ਵਗੈਰਾ ਚਲਾਏ ਜਾਣੇ ਸੀ ਜਾਂ ਆਤਿਸ਼ਬਾਜ਼ੀ ਹੋਣੀ ਸੀ. ਫॉर ਵਿਚ ਦੇ ਵਰ ਗੋਇੰਗ ਟੂ ਪ੍ਰਪੇਅਰ ਫਰੋਮ ਦਾ ਮੋਰਨਿੰਗ. ਜਿਹਦੇ ਵਾਸਤੇ ਉਹਨਾਂ ਨੇ ਸਵੇਰ ਤੋਂ ਹੀ ਪ੍ਰਪੇਅਰ ਕਰਨੀ ਸ਼ੁਰੂ ਕਰ ਦੇਣੀ ਸੀ. ਸੁਸ਼ੀਲ ਹੈਡ ਪਲੈਨਡ ਟੂ ਸਪੈਂਡ ਦਾ ਹੋਲ ਡੇ ਦੇਅਰ. ਸੁਸ਼ੀਲ ਦਾ ਪਲਾਨ ਸੀ ਉਹਨੇ ਡਿਸੀਜਨ ਲਿਆ ਸੀ ਯੋਜਨਾ ਬਣਾਈ ਸੀ ਕਿ ਆਪਾਂ ਕੀ ਕਰਾਂਗੇ ਸਾਰਾ ਦਿਨ ਉਹਨਾਂ ਦੇ ਘਰ ਹੀ ਗੁਜ਼ਾਰਾਂਗੇ. ਸੋ ਹੀ ਵੈਂਟ ਬੈਕ ਟੂ ਦਾ ਬੈਡ ਵੈਨ ਇਟ ਵਾਜ਼ ਟਾਈਮ ਫॉर ਸਕੂਲ. ਸੋ ਉਹ ਵਾਪਿਸ ਸੌਣ ਚਲਾ ਗਿਆ ਜਦੋਂ ਕਿ ਇਹ ਸਕੂਲ ਦਾ ਟਾਈਮ ਸੀ. ਹਿਜ਼ ਫਾਦਰ ਕੇਮ ਐਂਡ ਆਸਕਡ. ਉਸਦੇ ਪਿਤਾ ਆਏ ਅਤੇ ਪੁੱਛਿਆ ਵਾਟਸ ਰੋਂਗ. ਕੀ ਹੋਇਆ. ਵਾਈ ਆਰ ਯੂ ਇਨ ਦਾ ਬੈਡ. ਤੂੰ ਅਜੇ ਬੈੱਡ ਦੇ ਉੱਪਰ ਹੀ ਕਿਉਂ ਹੈ. ਆਰ ਯੂ ਗੋਇੰਗ ਟੂ ਸਕੂਲ. ਤੈਂ ਸਕੂਲ ਨਹੀਂ ਜਾਣਾ. ਆਈ ਹੈਵ ਗੋਟ ਅ ਟਮੀ ਐਕ. ਆਈ ਕਾਂਟ ਗੋ ਸਕੂਲ ਟੂਡੇ.
said सुशील। टमी एक का मतलब होंदा है कि मेरे पेट च दर्द है, एक का मतलब होंदा पेन होनी, टमी का मतलब होंदा पेट। सो उन्हें कहा कि मेरे पेट में दर्द है, इस करके मैं स्कूल नहीं जा सकता, सुशील ने गल कही। एंड शुबल कुड ईजली सी दैट द बॉय वाज मेकिंग इट अप। जिहड़ा शुबल सी उसनूं पता चल गया सी कि बच्चा बहाने बना रहा, मेकअप कर रहा। सो ही सैड टू हिमसैल्फ, वेट आई मस्ट टीच हिम अ लैसन। सो उसने कहा कि उसने अपने आप को कहा, रुको मैं इसनूं बहुत वधिया सबक सिखावांगा। अलाउड ही सैड अ टमी एक इज इट, दैन यू वुड बैटर स्टे एट होम ऑल डे। उसने कहा, सुशील ने कहा कि पेट दर्द ही है ना, सो तू सारा दिन हुण घर ही रहेगा। हरी कैन गो हिमसैल्फ टू सी द फायरवर्क्स एट द बोसेस। सो जिहड़ा हरी है वो मे बी फ्रेंड होएगा किदा सुशील दा, वो ही इकल्ला जाएगा कित्थे, बोसेस दे घर आतिशबाजी देखण। एंड डोंट हैव एनी ऑफ दोज टॉफीज़ आई गॉट फॉर यू, तो तुहानूं वो कैंडीज़ भी टॉफीज़ नहीं मिलणगियां जिहड़ियां मैं तेरे वास्ते लैके आया। जस्ट लाई डाउन क्विटली वाइल आई मिक्स यू सम ऑफ दैट बेटर मैडिसन। मीनस उस तक तू प्यार है जदों तक मैं तेरे लिए एक कौड़ी दवाई नहीं बना के लै आउंदा, क्योंकि तेरा पेट दर्द है। ही लॉक द बॉय, उसने बच्चे नूं कमरे दे विच बंद करके लॉक लगा दिता। एंड वेंट ऑफ टू प्रिपेयर इट, तो वह दवाई बनाउण चला गया। सुशील वाज इन अ फिक्स, सुशील फस गया कि हुण की कीता जावे। ही लव्ड टॉफी जस्ट एज मच एज ही हेटेड द बिटर मैडिसन। वो उन्ना ही पसंद करता सी टॉफी नूं जिन्ना वो नफरत करता सी किस नूं, दवाई नूं। एंड ही ऑलसो वॉन्टेड टू गो टू वॉसिस हाउस, तो वह वॉसिस के घरे भी जाना चाहता सी, बॉस के घरे मीनस जिथे आतिशबाजी होनी सी। वैन सुबल बाबू रिटर्न विद द ह्यूज वॉल ऑफ मैडिसन, सुशील गॉट अप फ्रॉम द बेड एंड सैड माई टमी स्टॉप्ड एक्टिंग, आई थिंक आई विल गो टू स्कूल। जो शुबल वापस आया, एक बहुत बड़ी बॉल, मीनस बॉल होंगी है कोई भी आप कॉली टाइप चीज़ होंगी है चाइना डिश वर्गी, सो काफ़ी बड़ी सी जी मैडिसन नाल भरी हुई सी, वो लैके आया। तो सुशील खड़ा हो गया बैड तो उसने कहा कि मेरा पेट है उसने दर्द करना बंद कर दिता है, तो हुण मैं स्कूल चला जावांगा। नो नो नहीं नहीं सैड द फादर, पिता ने कहा, जस्ट ड्रिंक दिस अप एंड रेस्ट, यही बस पील है जो उसने दवाई बनाई सी, ते रेस्ट कर। ही फोर्सड द बॉय टू सवालो द मैडिसन, उसने बच्चे नूं फोर्स किया कि यह दवाई पी, तो उसनूं लॉकड द डोर अगेन एंड लैफ्ट, तो दरवाज़ा बंद कर दिता तो उत्थों चला गया। सुशील क्राइड द होल डे एंड थॉट, सुशील सारा दिन रोया तो उसने सोचा, इफ़ ओनली आई वर एज ओल्ड एज माई फादर, कि वह उन्ना ही उसकी उम्र उन्नी ही होंगी जिन्नी उसके पिता दी है। आई कुड डू जस्ट एज आई प्लीज्ड, मैं बहुत ज़्यादा खुश होना सी। नो वन कुड लॉक मी अप, मैनू किसी ने लॉक भी नहीं करना सी कमरे के अंदर। हिज फादर सेट आउटसाइड थिंकिंग, तो उसका पिता भी यही सोच रहा है, माई पेरेंट्स पैंपर्ड मी टू मच, कि मैनू मेरे माता पिता ने बहुत बिगाड़ लिया सी। पैंपर्ड का मतलब होंदा किसी की बहुत ज़्यादा देखभाल करनी, मीनस किसी को बहुत ज़्यादा बिगाड़ लेना। सो सोच रहा कि मेरे माता पिता ने मैनू बहुत ज़्यादा बिगाड़ लिया सी, दैट वाज वाई, इस करके आई डिडेंट गेट प्रॉपर एजुकेशन, तां करके जी मेरी एजुकेशन है वो बहुत सही नहीं हुई सी। इफ़ आई गेट बैक माई चाइल्डहुड, शायद जे कहना मैं अपने वापस बचपन के चला जावां, दिस टाइम आई वुड स्टडी प्रॉपरली, मैं जी अपनी पढ़ाई है उन्होंने बहुत चंगी तरह कराँगा, एंड नॉट वेस्ट टाइम, तो जोड़ा अपना टाइम है उसनूं अजाई नहीं गवावांगा। नाउ लेडी ऑफ विशेज़ हैपन टू पास दैट हाउस, जिहड़ी विशेज़ पूरी करने वाली देवी सी वो अचानक उस टाइम पर बाय चांस उन्होंने घर के कोल दी लंघ रही सी। एंड हर्ड वट द फादर एंड द सन सैड, तो उसने वो सुन लिया जो बच्चा अपने मन के कह रहा सी ते पिता अपने मन के कह रहा सी। वैल लैट मी मेक दियर विशेज़ कम ट्रू फॉर सम टाइम एंड सी वट हैपन्स। तो जी लेडी ऑफ विशेज़ सी उसने सोचा कि मैनू इन्हां दी जिहड़ियां इच्छावां ने वो थोड़े टाइम वास्ते पूरियां कर देनियां चाहिए ने, तो आपां देखते हैं फिर की होएगा। सो शी अपीयर्ड बिफोर द फादर एंड टोल्ड हिम, पहला वो जो फादर सी मीन सुबल चंद्र सी उसके अगे प्रगट हुई तो कहा, यू विल हैव वट यू वॉन्ट, तेनों वो मिल जाएगा जो तू चाहना है।
ਟੁਮਾਰੋ ਯੂ ਵਿਲ ਬੀ ਯੂਅਰ ਸਨੀ ਡੇਜ਼, ਆਉਣ ਵਾਲੇ ਕੱਲ੍ਹ ਵਾਲੇ ਦਿਨ ਤੇਰੀ ਜਿਹੜੀ ਉਮਰ ਹੈ ਉਹ ਤੁਹਾਡੇ ਬੇਟੇ ਵਰਗੀ ਹੋ ਜਾਵੇਗੀ। ਟੂ ਦ ਸਨਸ ਸ਼ੀ ਸੈਡ, ਹੁਣ ਉਹ ਉਸਦੇ ਬੱਚੇ ਦੇ ਸੁਸ਼ੀਲ ਚੰਦਰ ਦੇ ਸਾਹਮਣੇ ਆਈ ਅਤੇ ਕਿਹਾ ਯੂ ਵਿਲ ਬੀ ਐਜ਼ ਓਲਡ ਐਜ਼ ਯੂਅਰ ਫਾਦਰ ਟੁਮਾਰੋ, ਤੇਰੀ ਉਮਰ ਕੱਲ੍ਹ ਨੂੰ ਇੰਨੀ ਹੋ ਜਾਵੇਗੀ ਜਿੰਨੀ ਤੇਰੇ ਪਿਤਾ ਦੀ ਹੈ। ਬੋਥ ਆਫ ਦੈਮ ਵਰ ਹੈਪੀ ਟੂ ਹੀਅਰ ਦਿਸ, ਫਾਦਰ ਵੀ ਬਹੁਤ ਖੁਸ਼ ਹੋਏ ਸੁਣ ਕੇ ਅਤੇ ਜਿਹੜਾ ਬੱਚਾ ਸੀ ਬॉय ਸੀ ਉਹ ਵੀ ਬਹੁਤ ਖੁਸ਼ ਹੋਇਆ ਇਹ ਗੱਲ ਸੁਣ ਕੇ। ਓਲਡ ਸੁਬਲ ਚੰਦਰ ਡਿਡ ਨਾਟ ਸਲੀਪ ਵੈਲ ਐਟ ਨਾਈਟ, ਜਿਹੜਾ ਪੁਰਾਣਾ ਸੀ ਮੀਨਸ ਫਾਦਰ ਸੀ ਸੁਬਲ ਚੰਦਰ, ਉਹ ਰਾਤ ਨੂੰ ਚੰਗੀ ਤਰ੍ਹਾਂ ਸੌਂ ਨਹੀਂ ਪਾਉਂਦਾ ਸੀ। ਹੀ ਫੈਲ ਐਜ਼ਲੀਪ ਓਨਲੀ ਟੂਅਰਡ ਦ ਮੋਰਨਿੰਗ, ਜਦੋਂ ਸਵੇਰ ਹੁੰਦੀ ਸੀ ਉਹ ਉਸੇ ਟਾਈਮ ਹੀ ਉਸਨੂੰ ਨੀਂਦ ਆਉਂਦੀ ਸੀ। ਬਟ ਟੂਡੇ ਅ ਸਟ੍ਰੇਂਜ ਥਿੰਗ ਹੈਪਨ, ਪਰ ਅੱਜ ਇੱਕ ਬਹੁਤ ਹੀ ਸ਼ੌਕਿੰਗ ਮੀਨਸ ਹੈਰਾਨ ਕਰ ਦੇਣ ਵਾਲੀ ਚੀਜ਼ ਸਾਹਮਣੇ ਆਈ। ਹੀ ਲੈਫਟ ਆਊਟ ਆਫ ਦ ਬੈਡ ਐਟ ਕ੍ਰੈਕ ਆਫ ਦ ਡਾਊਨ, ਉਹ ਕੀ ਹੋਇਆ ਜਦੋਂ ਹੀ ਸੂਰਜ ਨਿਕਲਿਆ ਉਸਨੇ ਮੀਨਸ ਉਛਲ ਕੇ ਉਹ ਬੈੱਡ ਤੋਂ ਥੱਲੇ ਉਤਰਿਆ, ਮੀਨਸ ਉਹਨੂੰ ਪਹਿਲਾਂ ਹੀ ਜਾਗ ਆ ਗਈ। ਹੀ ਡਿਸਕਵਰਡ ਦੈਟ ਹੀ ਹੈਡ ਬਿਕਮ ਸਮੌਲ, ਉਸਨੇ ਦੇਖਿਆ ਕਿ ਉਹ ਛੋਟਾ ਹੋ ਗਿਆ। ਹੀ ਹੈਡ ਗੋਟ ਬੈਕ ਆਲ ਹਿਸ ਟੀਥ, ਉਸਦੇ ਦੰਦ ਵਾਪਿਸ ਆ ਗਏ, ਕਿਉਂਕਿ ਉਹ ਪਹਿਲਾਂ ਬੁੱਢਾ ਸੀ, ਉਹਦੇ ਦੰਦ ਨਹੀਂ ਸੀ, ਪਰ ਜਦੋਂ ਲੇਡੀ ਆਫ ਵਿਸ਼ਜ਼ ਨੇ ਉਸਨੂੰ ਵਿਸ਼ ਦਿੱਤੀ ਤਾਂ ਵਿਸ਼ ਪੂਰੀ ਕੀਤੀ ਤਾਂ ਉਸਨੇ ਦੇਖਿਆ ਕਿ ਉਹ ਹੁਣ ਛੋਟਾ ਹੋ ਗਿਆ ਅਤੇ ਉਸਦੇ ਦੰਦ ਵੀ ਵਾਪਿਸ ਆ ਗਏ। ਐਂਡ ਲੋਸਟ ਹਿਜ਼ ਬੀਅਰਡ ਐਂਡ ਮਸਟੈਚ, ਅਤੇ ਉਸਨੇ ਆਪਣੀ ਜਿਹੜੀ ਦਾੜੀ ਸੀ ਉਹ ਵੀ ਚਲੀ ਗਈ ਅਤੇ ਉਸਦੀਆਂ ਮੁੱਛਾਂ ਵੀ ਚਲੀਆਂ ਗਈਆਂ। ਹਿਜ਼ ਕਲੋਥਸ ਵਰ ਨਾਓ ਮਚ ਟੂ ਬਿਗ ਫॉर ਹਿਮ, ਉਹਦੇ ਜਿਹੜੇ ਕੱਪੜੇ ਸੀ ਉਹ ਉਸਦੇ ਵਾਸਤੇ ਬਹੁਤ ਵੱਡੇ ਹੋ ਗਏ ਕਿਉਂਕਿ ਪਹਿਲਾਂ ਉਹ ਬੁੱਢਾ ਸੀ ਅਤੇ ਹੁਣ ਉਹ ਬੱਚਾ ਬਣ ਗਿਆ ਸੀ। ਮੀਨ ਵਾਈਲ, ਜੋ ਇਹ ਚੱਲ ਰਿਹਾ ਸੀ ਇਹਦੇ ਵਿੱਚ ਹੀ ਔਰ ਸੁਸ਼ੀਲ ਚੰਦਰ ਜਸਟ ਕੁਡ ਨਾਟ ਗੈਟ ਅਪ ਟੂਡੇ, ਜੋ ਸੁਸ਼ੀਲ ਚੰਦਰ ਸੀ ਉਹ ਹੁਣ ਖੜ੍ਹਾ ਨਹੀਂ ਹੋ ਪਾ ਰਿਹਾ ਸੀ ਕਿਉਂਕਿ ਪਹਿਲਾਂ ਬੱਚਾ ਸੀ ਅਤੇ ਹੁਣ ਉਹ ਬੁੱਢਾ ਹੋ ਗਿਆ ਸੀ। ਵੈਨ ਐਟ ਲਾਸਟ ਹੀ ਵਾਜ਼ ਵੋਕਨ ਅਪ ਬਾਏ ਹਿਜ਼ ਫਾਦਰਸ ਸ਼ਾਊਟਸ, ਅਤੇ ਜਦੋਂ ਅੰਤ ਵਿੱਚ ਉਸਦੇ ਜਿਹੜੇ ਪਿਤਾ ਸੀ ਮੀਨਸ ਜੋ ਹੁਣ ਸੁਬਲ ਚੰਦਰ ਸੀ ਉਸਨੇ ਉਹਨੂੰ ਠਾਇਆ, ਉਹਦੀਆਂ ਮਤਲਬ ਜਿਹੜੀ ਤਿੱਖੀ ਆਵਾਜ਼ ਸੀ ਉਸਨੇ ਉਸਨੂੰ ਅੰਤ ਵਿੱਚ ਠਾ ਦਿੱਤਾ। ਹੀ ਫਾਊਂਡ ਦੈਟ ਹੀ ਹੈਡ ਗਰੋਨ ਸੋ ਮਚ ਓਵਰ ਨਾਈਟ ਦੈਟ ਹਿਜ਼ ਕਲੋਥਸ ਹੈਡ ਵਰਸਟ ਦੀਅਰ ਸੀਮਸ, ਉਸਨੇ ਦੇਖਿਆ ਕਿ ਉਹਦੇ ਜਿਹੜੇ ਕੱਪੜੇ ਨੇ ਉਹ ਬਹੁਤ ਤੰਗ ਹੋ ਗਏ ਨੇ ਸਾਰੀ ਰਾਤ ਦੇ ਵਿੱਚ ਅਤੇ ਉਹ ਬਹੁਤ ਵੱਡਾ ਹੋ ਗਿਆ ਅਤੇ ਇਹਦੇ ਕੱਪੜੇ ਨੇ ਉਹ ਫਟ ਚੁੱਕੇ ਨੇ, ਉਸਦੀਆਂ ਸੀਮਸ ਹੁੰਦਾ ਜਿਵੇਂ ਆਪਾਂ ਕਹਿੰਦੇ ਜਿੱਥੇ ਸਿਉਣਾ ਮਾਰੀ ਹੁੰਦੀਆਂ ਨੇ ਮੀਨਸ ਉੱਥੋਂ ਉਹ ਫਟ ਚੁੱਕੇ ਨੇ ਉਸਦੇ ਜਿੰਨੇ ਵੀ ਕੱਪੜੇ ਨੇ। ਹਿਜ਼ ਫੇਸ ਵਾਜ਼ ਕਵਰਡ ਵਿਦ ਗ੍ਰੇ ਸਟਬਲ, ਉਸਦਾ ਜਿਹੜਾ ਫੇਸ ਸੀ ਉਹ ਜਿਹੜੀ ਗ੍ਰੇ ਸੁਰਮਈ ਰੰਗ ਦੀ ਮੀਨਸ ਪੂਰੀ ਜਿਹੀ ਦਾੜੀ ਨਾਲ ਭਰ ਚੁੱਕਿਆ ਸੀ। ਐਂਡ ਹੀ ਹੈਡ ਆਲਸੋ ਬਿਕਮ ਬਾਲਡ, ਅਤੇ ਉਹਦਾ ਸਿਰ ਵੀ ਗੰਜਾ ਹੋ ਚੁੱਕਿਆ ਸੀ। ਹੀ ਡਿਡ ਨਾਟ ਫੀਲ ਲਾਈਕ ਗੈਟਿੰਗ ਅਪ ਐਟ ਆਲ, ਉਸ ਦਾ ਬਿਲਕੁਲ ਮਨ ਨਹੀਂ ਕਰ ਰਿਹਾ ਸੀ ਕਿ ਉਹ ਉੱਠ ਜਾਵੇ। ਹੀ ਜਾਨਡ ਅਗੇਨ ਐਂਡ ਅਗੇਨ, ਉਹ ਵਾਰੀ ਵਾਰੀ ਉਵਾਸੀਆਂ ਲੈ ਰਿਹਾ ਸੀ। ਜਾਣ ਦਾ ਮਤਲਬ ਹੁੰਦਾ ਵਾਸੀਆਂ ਲੈਣਾ, ਇੱਕ ਇਹਦਾ ਸਿਨੋਨਿਮ ਵੀ ਹੈ ਜਿਸ ਦਾ ਮਤਲਬ ਹੁੰਦਾ ਡੋਜ਼ਿੰਗ, ਉਹਦਾ ਮਤਲਬ ਵੀ ਹੁੰਦਾ ਉਵਾਸੀਆਂ ਲੈਣਾ ਜਾਂ ਉਂਘਣਾ। ਦ ਨੋਇਜ਼ ਬਾਏ ਹਿਜ਼ ਫਾਦਰ ਫਾਈਨਲੀ ਮੇਡ ਹਿਮ ਗੈਟ ਅਪ, ਮੀਨਸ ਜੋ ਹੁਣ ਸੁਬਲ ਚੰਦਰ ਸੀ ਉਹ ਛੋਟਾ ਹੋ ਗਿਆ ਸੀ ਅਤੇ ਉਹ ਜਲਦੀ ਉੱਠ ਖੜ੍ਹਿਆ ਸੀ, ਨੋਇਜ਼ ਕਰ ਰਿਹਾ ਸੀ। ਉਸਨੇ ਕਿਸ ਨੂੰ ਉਠਾ ਦਿੱਤਾ ਸੀ? ਸੁਸ਼ੀਲ ਚੰਦਰ ਨੂੰ, ਜੋ ਹੁਣ ਆਪਣੇ ਫਾਦਰ ਦੀ ਉਮਰ ਦਾ ਬਣ ਚੁੱਕਿਆ ਸੀ। ਦੀਅਰ ਵਿਸ਼ਿਜ਼ ਹੈਡ ਕਮ ਟਰੂ, ਉਹਨਾਂ ਦੀਆਂ ਜਿਹੜੀਆਂ ਵਿਸ਼ਿਜ਼ ਸੀ ਇੱਛਾਵਾਂ ਸੀ ਉਹ ਸੱਚ ਹੋ ਗਈਆਂ ਸੀ। ਬਟ ਇਟ ਓਨਲੀ ਮੇਡ ਟਰਬਲ ਫਾਰ ਦੈਮ, ਪਰ ਉਹ ਉਹਨਾਂ ਵਾਸਤੇ ਇੱਕ ਮੁਸੀਬਤ ਲੈ ਕੇ ਹੀ ਆਈਆਂ ਸੀ। ਸੁਸ਼ੀਲ ਹੈਡ ਆਲਵੇਜ਼ ਇਮੇਜਿਨਡ ਦੈਟ ਇਫ ਹੀ ਗ੍ਰਿਊ ਅਪ and be free like his father, he would climb trees and dive into pool, eat green mangoes, plunder birds' nest and roam around all day long. ਜਦੋਂ ਸੁਸ਼ੀਲ ਸੀ ਉਹ ਇਮੇਜਿਨ ਕਰਦਾ ਸੀ, ਸੋਚਦਾ ਸੀ ਕਿ ਜਦੋਂ ਉਹ ਆਪਣੇ ਪਿਤਾ ਜਿੰਨਾ ਵੱਡਾ ਹੋ ਗਿਆ ਉਹ ਕੀ ਕਰੇਗਾ, ਆਪਣੇ ਪਿਤਾ ਵਾਂਗ ਫ੍ਰੀ ਹੋਵੇਗਾ, ਉਹ ਦਰਖਤਾਂ 'ਤੇ ਚੜ੍ਹੇਗਾ, ਉਹ ਸਵੀਮਿੰਗ ਪੂਲ ਦੇ ਵਿੱਚ ਨਹਾਏਗਾ, ਤੈਰੇਗਾ, ਡੁਬਕੀਆਂ ਮਾਰੇਗਾ ਅਤੇ ਉਹ ਹਰੇ ਮੈਂਗੋਜ਼ ਖਾਵੇਗਾ, ਅੰਬ ਖਾਏਗਾ, ਅਤੇ ਜਿਹੜੇ ਪਲੰਡਰ ਦਾ ਮਤਲਬ ਹੁੰਦਾ ਚੁਰਾਉਣਾ, ਜਿਹੜੇ ਨੈਸਟ ਸੀ ਮੀਨਸ ਜੋ ਪੰਛੀਆਂ ਦੇ ਆਲ੍ਹਣੇ ਬਣਾਏ ਹੁੰਦੇ ਨੇ ਉਹ ਉਹਨਾਂ ਨੂੰ ਚੁਰਾਵੇਗਾ ਅਤੇ ਉਹ ਇੱਧਰ ਉੱਧਰ ਸਾਰਾ ਦਿਨ ਘੁੰਮਦਾ ਰਹੇਗਾ। ਰੋਮ ਦਾ ਮਤਲਬ ਹੁੰਦਾ ਇੱਧਰ ਉੱਧਰ ਘੁੰਮਦੇ ਰਹਿਣਾ ਸਾਰਾ ਦਿਨ। ਸੋ ਇਹ ਗੱਲਾਂ ਉਹ ਕੌਣ ਸੋਚਦਾ ਸੀ? ਸੁਸ਼ੀਲ ਚੰਦਰ। ਹੀ ਵੁੱਡ ਕਮ ਹੋਮ, ਜਦੋਂ ਉਹ ਘਰ ਆਵੇਗਾ, ਈਟ ਵਟ ਐਵਰ ਹੀ ਲਾਈਕਡ, ਉਹ ਉਹੀ ਚੀਜ਼ ਖਾਵੇਗਾ ਜੋ ਉਸਨੂੰ ਪਸੰਦ ਹੈ। ਵੈਨ ਐਵਰ ਹੀ ਲਾਈਕਡ, ਅਤੇ ਉਦੋਂ ਹੀ ਖਾਵੇਗਾ ਜਦੋਂ ਉਸਦਾ ਦਿਲ ਕਰੇਗਾ। ਵਿਦ ਨੋ ਵਨ ਟੂ ਸਕੋਲਡ ਹਿਮ, ਅਤੇ ਕੋਈ ਉਸਨੂੰ ਡਾਂਟੇਗਾ ਵੀ ਨਹੀਂ। ਡਾਂਟ ਦਾ ਮਤਲਬ ਹੈ ਕਿਸ ਨੂੰ ਮੀਨਸ ਸਕੋਲਡ ਕਰਨਾ, ਕਿਸ ਨੂੰ ਡਾਂਟਣਾ। ਬਟ ਸਟਰੇਂਜ ਟੂ ਸੇ, ਪਰ ਇਹ ਕਹਿਣਾ ਮਤਲਬ ਬਹੁਤ ਹੈਰਾਨੀਜਨਕ ਹੈ। ਦੈਟ ਮੋਰਨਿੰਗ ਹੀ ਡਿਡਨਟ ਵਾਂਟ ਟੂ ਕਲਾਈਂਬ ਅ ਟਰੀ, ਅਤੇ ਉਸ ਮੋਰਨਿੰਗ ਉਹ
ਕਿਸੇ ਦਰਖਤ 'ਤੇ ਚੜ੍ਹਨਾ ਹੀ ਨਹੀਂ ਚਾਹੁੰਦਾ ਸੀ, ਕਿਉਂਕਿ ਉਸਦਾ ਜਿਹੜਾ ਸਰੀਰ ਸੀ ਉਹ ਕਿਸ ਦੀ ਤਰ੍ਹਾਂ ਹੋ ਗਿਆ ਸੀ, ਉਸਦੇ ਪਿਤਾ ਵਾਂਗ ਬੁੱਢਾ ਹੋ ਗਿਆ ਸੀ। ਹੀ ਡਿਡਨਟ ਵਾਂਟ ਟੂ ਸਵਿਮ ਆਈਦਰ, ਉਸਨੂੰ ਤੈਰਨਾ ਵੀ ਪਸੰਦ ਨਹੀਂ ਸੀ ਉਸ ਟਾਈਮ। ਹੀ ਥੋਟ ਹੀ ਵੁੱਡ ਕੈਚ ਕੋਲਡ, ਹੈਵ ਫੀਵਰ, ਉਹ ਸੋਚ ਰਿਹਾ ਸੀ ਕਿ ਅਗਰ ਉਹ ਪੂਲ 'ਚ ਚਲਾ ਜਾਏਗਾ, ਉਹ ਤੈਰੇਗਾ ਤਾਂ ਉਸਨੂੰ ਠੰਡ ਲੱਗ ਜਾਏਗੀ ਅਤੇ ਉਸਨੂੰ ਬੁਖਾਰ ਹੋ ਜਾਏਗਾ। ਹੀ ਰੋਲਡ ਆਊਟ ਅ ਮੈਟ ਐਂਡ ਸੇਟ ਦੇਅਰ, ਉਸਨੇ ਇੱਕ ਚਟਾਈ ਵਿਛਾ ਲਈ ਅਤੇ ਉਸ ਉੱਪਰ ਬੈਠ ਗਿਆ। ਥਿੰਕਿੰਗ ਕੁਆਇਟਲੀ ਟੂ ਹਿਮਸੈਲਫ, ਅਤੇ ਆਪਣੇ ਬਾਰੇ ਬਹੁਤ ਡੂੰਘਾਈ ਨਾਲ ਅਤੇ ਸ਼ਾਂਤੀ ਨਾਲ ਸੋਚਣ ਲੱਗਾ। So we just have completed 2 pages of this chapter, and we will discuss the remaining portion of the chapter in the next video. And so what is the homework today? What you have to do? You just have to write the question answer on your fair notebook. Here is the part 1. Yes, you just have to write first 3 answers on your fair notebook. These are the questions and these are the answers. I will send a PDF with the video in the Telegram group. Hope you understand the chapter up to this. And if you want to write down the question answers while watching the video, you can pause the video here. Let me show you. Yes, here, and write down the every and each answer. So this was the illustration. This was the translation of the chapter for 2 pages. We will discuss the remaining portion in the next video. Thank you very much.